ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸ਼ਰਨਾ। ਮਿਲੈ ਦਾਨ ਸੰਤਰੇਨ ਜੇਹ ਲਗ ਭੋਜਨ ਤਰਨਾ। ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸ਼ਰਨਾ। ਮਿਲੈ ਦਾਨ ਸੰਤਰੇਨ ਜੇਹ ਲਗ ਭੋਜਨ ਤਰਨਾ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦੇਹੋ ਦਰਸ ਮਨ ਚਾਓ ਭਗਤ ਇਹ ਮਨ ਠਹਿਰਾਵੇ। ਬਲਿਓ ਚਰਾਗ ਅੰਧਿਆਰ ਮੈਂ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹਿ ਸੇਵਕ ਜਨ ਮਾਨੈ ਪਰਤਖ ਗੁਰੂ ਨਿਸਤਾਰੇ। ਜੇਤਾ ਜਿਉ ਪਿੰਡ ਤਬ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਆਹੋ ਕਰੀ ਵਖਿਆਨ। ਦਾਸਨ ਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤਿਆਹੋ ਕਰੀ ਵਖਿਆਨ। ਜਾਗਦੀ ਜੋਤ ਜ਼ਾਹਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ। ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਿਨ੍ਹਾਂ ਦਾ ਪਹਿਲਾ ਪ੍ਰਕਾਸ਼ ਪੁਰਬ ਮਨਾਉਣ ਵਾਸਤੇ ਸੰਗਤਾਂ ਵਿੱਚ ਅਥਾਹ ਪਿਆਰ ਅਥਾਹ ਉਤਸ਼ਾਹ ਹੈ। ਚਾਰੇ ਪਾਸੇ ਸੰਗਤਾਂ ਦਾ ਹੜ੍ਹ ਆਇਆ ਹੋਇਆ। ਗੁਰੂ ਪਿਆਰ ਵਾਲੀਆਂ ਸੰਗਤਾਂ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਬਖਸ਼ਿਸ਼ ਹੋਏ ਪਾਵਨ ਹੁਕਮ ਦੀ ਵਿਚਾਰ ਸੁਣਨ ਅਤੇ ਕਰਨ ਵਾਸਤੇ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ। ਦੇਸ਼ਾਂ ਵਿੱਚ ਵਿਦੇਸ਼ਾਂ ਵਿੱਚ ਜਿੱਥੇ ਜਿੱਥੇ ਵੀ ਸੰਗਤਾਂ ਜੁੜ ਬੈਠੀਆਂ ਹਨ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੱਜਣ ਸੱਚਾ ਪਾਤਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇਕ ਓੰਕਾਰ ਸਤਨਾਮ ਕਰਤਾ ਪੁਰਖ
ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਜਿਉ ਡਰਤ ਹੈ ਆਪਣਾ ਕੈਸਿਓ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ। ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੀ ਸਾਧ ਸੰਗਤ, ਅਸੀਂ ਸਾਰੇ ਗੁਰੂ ਕਿਰਪਾ ਦੇ ਪਾਤਰ ਹਾਂ। ਇਸ ਲਈ ਕਿ ਗੁਰੂ ਪਾਤਸ਼ਾਹ ਜੀ ਦਾ ਹੁਕਮ ਹੈ, ਵੱਡ ਭਾਗੀ ਹਰ ਸੰਗਤ ਪਾਵੈ। ਜਿਨ੍ਹਾਂ ਦੇ ਬਹੁਤ ਵੱਡੇ ਭਾਗ ਹੁੰਦੇ ਨੇ ਉਹ ਹਰੀ ਦੀ ਸੰਗਤ ਵਿੱਚ ਜੁੜਦੇ ਨੇ। ਸੰਗਤ ਕਿਸੇ ਭੀੜ ਇਕੱਠ ਨੂੰ ਨਹੀਂ ਕਿਹਾ ਜਾਂਦਾ। ਸੰਗਤ ਦਾ ਵੱਡਾ ਗੁਣ ਹੈ ਜਿੱਥੇ ਸਤ ਸੰਗਤ ਕੀਤੀ ਜਾਏ। ਬਾਣੀ ਗੁਰੂ ਜੀ ਨੇ ਮੋਹਰ ਲਾਈ ਹੈ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ। ਜਿੱਥੇ ਇੱਕ ਨਾਮ ਦੀ ਚਰਚਾ ਵਿਚਾਰ ਹੋਵੇ ਉਹਨੂੰ ਸਤ ਸੰਗਤ ਕਿਹਾ ਜਾਂਦਾ। ਔਰ ਗੁਰੂ ਪਾਤਸ਼ਾਹ ਬੜੀ ਕਿਰਪਾ ਕਰਦੇ ਨੇ, ਜਿੱਥੇ ਤੁਹਾਨੂੰ ਸਾਰਿਆਂ ਨੂੰ ਪ੍ਰਬੰਧ ਵੱਲੋਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਨੂੰ ਕਿਹਾ ਜਾਂਦਾ। ਗੁਰੂ ਪਾਤਸ਼ਾਹ ਵੀ ਫਰਮਾਉਂਦੇ ਨੇ, ਇੱਕ ਵਾਰੀ ਸਾਰੇ ਪਿਆਰ ਵਿੱਚ ਆਇਓ। ਇਹ ਪੰਗਤੀਆਂ ਇਸ ਲਈ ਸੁਣਨੀਆਂ ਤੇ ਪੜ੍ਹਨੀਆਂ ਨੇ। ਇੱਥੇ ਕਰਨਾ ਕੀ ਹੈ, ਇੱਥੇ ਅਸੀਂ ਕੀ ਕਰਨ ਆਏ ਹਾਂ, ਸਾਨੂੰ ਇੱਥੇ ਆ ਕੇ ਕੀ ਮਿਲੇਗਾ। ਗੁਰੂ ਪਾਤਸ਼ਾਹ ਬੜੀ ਪ੍ਰੇਮ ਭਰੀ ਆਵਾਜ਼ ਵਿੱਚ ਕਹਿੰਦੇ ਨੇ, ਆਏ ਮਿਲ ਗੁਰ ਸਿੱਖ ਆਏ ਮਿਲ, ਆਏ ਮਿਲ ਗੁਰ ਸਿੱਖ ਆਏ ਮਿਲ। ਦੇਖੋ ਗੁਰੂ ਸਾਹਿਬ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਗਿਆ, ਆਓ ਗੁਰੂ ਕੇ ਸਿੱਖ ਖਵਾਉਣ ਵਾਲਿਓ, ਆਓ। ਆ ਕੇ ਕੀ ਕਰੋ, ਮਿਲ ਬੈਠੋ। ਕਿਉਂਕਿ ਤੁਸੀਂ ਆਪਣੇ ਆਪ ਨੂੰ ਕਹਾਉਂਦੇ ਹੋ, ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਕੇ ਪਿਆਰੇ। ਬਹੁਤਾ ਸਮਾਂ ਨਹੀਂ, ਮੈਂ ਵਿਆਖਿਆ ਨਹੀਂ ਕਰਾਂਗਾ। ਮੈਂ ਸਿਰਫ ਤੁਹਾਨੂੰ ਪ੍ਰੇਰਨਾ ਕੀਤੀ ਹੈ। ਤੇ ਜੇ ਕੋਈ ਪੁੱਛੇ ਮਹਾਰਾਜ ਸਾਨੂੰ ਆ ਕੇ ਕੀ ਮਿਲੇਗਾ, ਆਖਿਆ ਹਰ ਕੇ ਗੁਣ ਹਰ ਭਾਵੰਦੇ, ਹਰ ਕੇ ਗੁਣ ਹਰ ਭਾਵੰਦੇ। ਸੇ ਗੁਰੂ ਤੇ ਪਾਏ, ਸੇ ਗੁਰੂ ਤੇ ਪਾਏ। ਹਰੀ ਦੇ ਗੁਣ
ਹਰੀ ਨੂੰ ਭਾਵਦੇ ਚੰਗੇ ਲੱਗਦੇ, ਪਰ ਉਹਨਾਂ ਗੁਣਾਂ ਦੀ ਸੋਝੀ ਕੌਣ ਦੇਵੇਗਾ? ਉਹ ਗੁਰੂ ਕੋਲ ਬੈਠਾਂਗੇ, ਗੁਰਬਾਣੀ ਨੂੰ ਸੁਣਾਂਗੇ, ਵਿਚਾਰ ਕਰਾਂਗੇ ਤੇ ਪਤਾ ਲੱਗੇਗਾ। ਅੱਜ ਬਹੁਤ ਸਾਰੇ ਗੁਰਸਿੱਖਾਂ ਨੂੰ ਇੱਕ ਭਰਮ ਭੁਲੇਖਾ ਪੈ ਰਿਹਾ। ਕੋਈ ਕਹਿ ਰਹੇ ਨੇ ਜੀ ਉਹ ਸਿਮਰਨ ਕਰਿਆ ਕਰੋ, ਬਾਣੀ ਪੜ੍ਹਨ ਦੀ ਕੋਈ ਲੋੜ ਨਹੀਂ, ਸਿਮਰਨ ਕਰੋ। ਨਾ ਭਾਈ, ਬਾਣੀ ਵੀ ਪੜ੍ਹਨੀ ਹੈ, ਸਿਮਰਨ ਵੀ ਕਰਨਾ, ਕਿਉਂਕਿ ਬਾਣੀ ਨੇ ਸਾਨੂੰ ਇਹ ਦੱਸਣਾ ਕਿਸ ਦਾ ਸਿਮਰਨ ਕਰਨਾ, ਕਿਉਂ ਸਿਮਰਨ ਕਰਨਾ, ਕਿਵੇਂ ਸਿਮਰਨ ਕਰਨਾ। ਇਸ ਲਈ ਪਾਤਸ਼ਾਹ ਸਾਨੂੰ ਆਵਾਜ਼ ਮਾਰ ਕੇ ਕਹਿੰਦੇ ਨੇ, ਆਓ ਭਾਈ ਆਓ। ਜੇ ਤੁਸੀਂ ਗੁਰੂ ਪਾਤਸ਼ਾਹ ਕੋਲ ਆ ਕੇ ਬੈਠੋਗੇ, ਹਰ ਕੀਆਂ ਕਥਾ ਕਹਾਣੀਆਂ, ਹਰ ਕੀਆਂ ਕਥਾ ਕਹਾਣੀਆਂ, ਗੁਰ ਮੀਤ ਸੁਣਾਈਆਂ, ਗੁਰ ਮੀਤ ਸੁਣਾਈਆਂ। ਤੁਹਾਡੇ ਆਉਣ ਦਾ ਸਵਾਗਤ। ਆਉਣਾ ਕਿਉਂ ਹੈ, ਆ ਕੇ ਕੀ ਕਰਨਾ ਹੈ, ਸਾਨੂੰ ਇੱਥੋਂ ਕੀ ਮਿਲੇਗਾ? ਗੁਰੂ ਪਾਤਸ਼ਾਹ ਨੇ ਬੜੇ ਪਿਆਰ ਵਿੱਚ ਭੇਜ ਕੇ ਆਖਿਆ, ਗੁਰੂ ਕੇ ਸਿੱਖੋ, ਤੁਸੀਂ ਸਿਰਫ ਮਟਰ ਗਸ਼ਤ ਕਰਨ ਨਹੀਂ ਆਏ, ਪਿਕਨਿਕ ਮਨਾਉਣ ਨਹੀਂ ਆਏ, ਬਾਜ਼ਾਰਾਂ ਵਿੱਚ ਖਰੀਦੋ ਫਰੋਖਤ ਕਰਨ ਨਹੀਂ ਆਏ, ਬਲਕਿ ਗੁਰੂ ਕੀ ਸੰਗਤ ਵਿੱਚ ਆਓ ਅਤੇ ਸੰਗਤ ਵਿੱਚ ਬੈਠ ਕੇ ਉਸ ਪਰਮੇਸ਼ਵਰ ਦੇ ਗੁਣਾਂ ਨੂੰ ਸੁਣਨਾ ਕਰੋ। ਅੱਜ ਦਾ ਜੋ ਪਾਵਨ ਸ਼ਬਦ ਹੈ, ਇਹ ਲਗਭਗ ਹਰ ਗੁਰੂ ਕੇ ਸਿੱਖ ਨੂੰ ਜ਼ਬਾਨੀ ਯਾਦ ਹੈ, ਕਿਉਂਕਿ ਜਿਹੜੀ ਸ਼ਬਦ ਹਜ਼ਾਰੇ ਬਾਣੀ ਹੈ, ਮੈਂ ਪੜ੍ਹ ਰਿਹਾ ਸੀ ਹਜ਼ਾਰੇ ਬਾਰੇ, ਇਹ ਸਿਰਲੇਖ ਗੁਰੂ ਸਾਹਿਬ ਨੇ ਨਹੀਂ ਦਿੱਤਾ, ਪਰ ਗੁਰਸਿੱਖਾਂ ਨੂੰ ਇਹਨਾਂ ਸ਼ਬਦਾਂ ਵਿੱਚੋਂ ਕੁਝ ਐਸੀ ਪ੍ਰੇਰਨਾ ਮਿਲਦੀ ਹੈ ਕਿ ਵਾਹਿਗੁਰੂ ਨਾਲ ਗੱਲਾਂ ਹੁੰਦੀਆਂ ਨੇ ਸਿੱਧੀਆਂ। ਭਾਈ ਸਾਹਿਬ ਭਾਈ ਕਾਹਨ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਹਜ਼ਾਰੇ ਸ਼ਬਦ ਦੇ ਜੋ ਅਰਥ ਦਿੱਤੇ ਨੇ, ਉਹ ਹਜ਼ੂਰੀ ਤੋਂ ਵੀ ਦਿੱਤੇ ਨੇ, ਹਾਜ਼ਰ ਤੋਂ ਵੀ ਦਿੱਤੇ ਨੇ, ਔਰ ਹਿਜਰ ਤੋਂ ਵੀ ਦਿੱਤੇ ਨੇ। ਗੁਰੂ ਕੇ ਸਿੱਖ ਦੇ ਅੰਦਰ ਜਦੋਂ ਇਹ ਚਾਹਨਾ ਪੈਦਾ ਹੁੰਦੀ ਹੈ ਕਿ ਮੈਂ ਵਾਹਿਗੁਰੂ ਨਾਲ ਗੱਲਾਂ ਕਰਾਂ, ਇਹ ਸ਼ਬਦ ਵਾਹਿਗੁਰੂ ਨਾਲ ਗੱਲਾਂ ਕਰਾਉਂਦੇ। ਸੱਚਮੁੱਚ ਕੋਈ ਕਰਕੇ ਦੇਖੇ, ਸੱਚਮੁੱਚ ਕੋਈ ਬਾਣੀ ਨੂੰ ਪ੍ਰੀਤ ਨਾਲ ਪੜ੍ਹੇ ਅਤੇ ਵਿਚਾਰੇ, ਬਾਣੀ ਰੱਬ ਨਾਲ ਗੱਲਾਂ ਕਰੋ। ਮੈਂ ਕਈ ਵਾਰੀ ਬੇਨਤੀ ਕਰਦਾ, ਲੋਕ ਰੱਬ ਦੀਆਂ ਗੱਲਾਂ ਸੁਣਾਉਂਦੇ ਨੇ, ਗੁਰਬਾਣੀ ਰੱਬ ਨਾਲ ਗੱਲਾਂ ਕਰਾਉਂਦੀ ਹੈ। ਪਰ ਜੇ ਕਿਸੇ ਨੂੰ ਕਰਨ ਦੀ ਜਾਚ ਆ ਜਾਏ, ਅਤੇ ਕਰਨ ਦੀ ਜਾਚ ਵੀ ਆਪਾਂ ਗੁਰੂ ਮਹਾਰਾਜ ਕੋਲੋਂ ਸਿੱਖਣੀ ਹੈ। ਇਸੇ ਲਈ ਗੁਰੂ ਪਾਤਸ਼ਾਹ ਪ੍ਰੇਰਨਾ ਕਰਦੇ ਨੇ, ਆਏ ਮਿਲ ਗੁਰ ਸਿੱਖ ਆਏ ਮਿਲ, ਆਏ ਮਿਲ ਗੁਰ ਸਿੱਖ ਆਏ ਮਿਲ। ਤੂੰ ਮੇਰੇ ਗੁਰੂ ਕੇ ਪਿਆਰੇ, ਤੂੰ ਮੇਰੇ ਗੁਰੂ ਕੇ ਪਿਆਰੇ। ਜੇ ਕਿਸੇ ਨੂੰ ਜਾਚ ਨਾ ਆਵੇ ਮਿਲਣ ਦੀ, ਤੇ ਉਹ ਵੀ ਗੁਰੂ ਸਾਹਿਬ ਦੱਸਦੇ ਨੇ। ਆ ਗੁਰੂ ਕੀਆਂ ਦੋ ਪੰਕਤੀਆਂ ਯਾਦ ਰੱਖਿਆ ਕਰੋ, ਹੋਏ ਇਕੱਤਰ ਮਿਲੋ ਮੇਰੇ ਭਾਈ, ਹੋਏ ਇਕੱਤਰ ਮਿਲੋ ਮੇਰੇ ਭਾਈ। ਗੁਰੂ ਸਾਨੂੰ ਭਰਾ ਵੀ ਕਹਿੰਦੇ ਨੇ, ਮਿੱਤਰ ਵੀ ਕਹਿੰਦੇ ਨੇ। ਹੇ ਮੇਰੇ ਭਰਾਵੋ, ਹੇ ਮੇਰੇ ਮਿੱਤਰੋ, ਇਕੱਤਰ ਹੋ। ਤੁਸੀਂ ਆਖੋਗੇ ਜੀ ਹੋ ਗਏ, ਕਹਿੰਦੇ ਫਿਰ ਮਿਲ ਕੇ ਬੈਠੋ। ਇਹ ਨਾ ਹੋਵੇ ਕੋਈ ਕਿਧਰੇ ਜੁੰਡਲੀ ਬਣਾ ਕੇ ਚੌਂਕੜੀ ਬਣਾ ਕੇ ਬੈਠਾ ਰਹੇ, ਨਹੀਂ, ਸੰਗਤ ਵਿੱਚ ਮਿਲੋ। ਜੇ ਮਿਲ ਗਏ ਹੋ, ਜੇ ਗੁਰੂ ਕੀ ਸੰਗਤ ਵਿੱਚ ਜੁੜ ਗਏ ਹੋ,
फिर एक काम होर करो, दुविधा दूर करो लिव लाए, दुविधा दूर करो लिव लाए। दुविधा की है तुसी सारे जानते हो। इको समय दो पासे ध्यान रखना दुविधा, देखी जाना कौन आ रहा है, किदा दुपट्टा किहो जिहा, किदी पग किहो जी। ना ना ना, ये दुविधा छड्डो। नाल ही दस दिता ये दुविधा किवें छुटेगी। लिव लाए, लिव बड़ी सूक्ष्म है, ये लगती भी बड़ी औखी है तो टुटती बड़ी सौखी है, एक मिनट भी टुट जाती। आख्या मेरी सलाह मनो, जे गुरु के शब्द तो सिक्ख्या लैनी है तो फिर ये काम कर लो, तो किसी दे नक मूँह वल नहीं वेखना। होए एकत्र मिलो मेरे भाई, होए एकत्र मिलो मेरे भाई। दुविधा दूर करो लिव लाए, दुविधा दूर करो लिव लाए। देखो गुरबाणी विच जो अखर वरते ने वो आम तौर पर गुरु साहब ने वो वरते ने जिहड़े तुसी आम तौर पर अपनी गलबात विच वरतदे हो। फलाने दा फलाना जोड़ी है, दार है, ओदी ओदे नाल बड़ी जोड़ी है। आख्या इत्थे आके गुरु के सिख ने की करना है, हर नामे के होवो जोड़ी, हर नामे के होवो जोड़ी। गुरमुख बैसो सफा बिछाए, गुरमुख बैसो सफा बिछाए। जदों तुसी गुरस्थान की यात्रा करके घर जाओगे ना, तुहाडी ड्यूटी बनती है। जिहड़े घर दे मैंबर नहीं आ सके किसी मजबूरी करके, उन्होंने दसना है असी आ कुछ सुन के आए हैं, सानू गुरु साहब ने आ गल दसी है। फिर तुहाडा परोपकार भी होवेगा, उन्हां दा भी भला होवेगा। आओ हुण विचार करिए। ये जिहड़ा शब्द है ये क्योंकि तनासरी राग दे आरंभ विच है, इसलिए पहले लिखिया तनासरी। अगे है पहले पातशाह गुरु नानक देव जी के मुखारबिंद तो उचारण किया होया। एक घर पहले विच गायन करन दी सेध दिती और इस शब्द के 4 पदे हैं, इसलिए इन्हूं 4 पदे किया। अगे है मंगलाचरण, इनू असी मूल मंत्र भी कहते हैं। बचपन तो सुनते आए, जिस गुरु के सिख नूं एक ओंकार की समझ आ गई, उन्हों गुरु की मत की समझ आ गई। इतना महत्वपूर्ण है एक ओंकार, क्योंकि सारा संसार भरमा विच भुलिया होया सी। लोग 33 करोड़ देवतियां की पूजा करते सन, अज भी कई करते ने, सानू किसी से कोई इतराज नहीं। पर जो गुरु ने कहा सी तो वो गल करनी। एक परिवार के अंदर जितने मैंबर हैं उन्हें देवियां ते देवते ने। माँ किसी होर देवी नूं मनदी, धी किसी होर नूं, प्यो किसी होर नूं, पुत्र किसी होर। बाबे नानक ने आख्या तुसी बड़े औखे होवोगे, किहड़े किहड़े नूं राजी करोगे। इस भटकना विचों निकलो ते एको है भाई एको है, एको है भाई एको है। साहिब मेरा एको है, साहिब मेरा एको है।
ये है एक दी व्याख्या। उदू बाद है ओंकार। जे उपरली कार हटा दो ना बोलो तो थले की रह जाएगा ओम। यदि व्याख्या जो वेदांत वाले करते हैं, सनातन मत वाले करते हैं, ओम अखर बड़ा पवित्र मनिया जाता, पर यदि व्याख्या वो करते हैं कि ओ से उत्पत्ति करने वाला, आ से रक्षा तथा पालन करने वाला, माँ से अर्थ है मार देने वाला। वो ब्रह्मा विष्णु महेश नूं मनदे ने। बाबा नानक जी कहते ना भाई वो इको ही है जेड़ा पैदा भी करता है, पालन भी करता है ते मारन की समर्था भी रखता है। फिर वो एक रहिंदा किथे है? कार। इस कार का मतलब है वो सर्वव्यापक है। वो एक जो सर्वशक्तिवान है वो एक सर्वव्यापक है, जिसका प्रमाण बाणी विचों एक नहीं अनेक जगह मिलता है कि सब गोबिंद है, सब गोबिंद है, सब गोबिंद है, सब गोबिंद है। गोबिंद बिन नहीं कोई, गोबिंद बिन नहीं कोई। सब में जोत जोत है सोए, सब में जोत जोत है सोए। आख्या वो जोत रूप है और सारियां विच विराजमान है, किधरे भुलेखे विच ना पै जाए। ये है एक ओंकार की व्याख्या। मेरे पिता जी कहा करते सन, पुत्र जिन्हों एक ओंकार की व्याख्या समझ आ गई उन्हों मानो सारे मूल मंत्र की समझ आ गई, ते जिन्हों मूल मंत्र की समझ आ गई उन्होंने सारे गुरु ग्रंथ साहब की समझ आ गई। कितना जरूरी है। फिर अगे उसका विस्तार करके दसिया, क्योंकि मैं समझना जिमें किसी वस्तु ते किसी व्यक्ति के गुणों का पता ना होवे असीं उहदी कदर नहीं करते। भगत कबीर जी ने बड़ा खूबसूरत किया, कबीर मार्ग मोती बीथरे, मार्ग मोती बीथरे। मार्ग कहते रस्ते नूं, इत्थे मार्ग दे गगे नूं सिहारी है, रस्ते विच मोती खिलरे पे ने। अंधा निकसियो आए, अन्ना बंदा जिन्हों नज़र नहीं आता उस रस्ते ते आ गया। जोत बिना जगदीश की जगत लंघे जाए, उन्हां मोतियां ते पैर धर के लंघ जाता। इस तरह साध संगत हर वस्तु विच गुण हैं, हर व्यक्ति विच गुण हैं, पर जे सानू उस वस्तु के गुणों का पता ना होवे असी बेकदरी कर देंगे। इस तरह व्यक्ति संगत में सारे आए ने, सब जी आया, पर जदों किसी विशेष व्यक्ति की इंट्रोडक्शन कराई जाती है फिर साडे मन में उहदे लई एक विशेष सत्कार पैदा हो जाता। इसलिए गुरु साहब ने पहला एक दी गल कीती, फिर सर्व शक्तिवान दी कीती, फिर सर्व व्यापक दी कीती, फिर उहदे गुण दसे। आख्या वो सत है। गुरबाणी में तो सत तीन रूपों में आता है। एक सत तत्ते नूं सिहारी नाल, एक सत तत्ते नूं औंकड़ नाल, एक सत तत्ता मुक्ता। पढ़ना तिन्हां नूं सत है, उचारण में कोई फर्क नहीं। जेड़ा सत तत्ता मुक्ता है वो गिणती का सत है, जेड़ा सत तत्ते नूं औंकड़ नाल है उस दान लई, आचरण लई, करैक्टर लई है। पर जिस सत तत्ते नूं सिहारी है इहदा अर्थ है सत्य है, जो सदा कायम रहने वाला है। ये उसकी व्याख्या हो रही है। जे उहदे नाल किसी ने जुड़ना होवे, जे उहदी भगती करनी होवे, वो नाम रूप है। उहदा कोई चक्कर चहन और वर्ण जात और पात नहन जे
रूप रंग अर रेख पेख को कह न सकत के, अचल मूर्त अनुभव प्रकाश अमितोज कहिजय, कोट इंद्र इंद्रान शाह शाहन गणिजय, त्रिभवन महीप सुर नर असुर, नेत नेत बन तृण कहत, तब सर्ब नाम कथय कवन, कर्म नाम वर्ण समन। बाबे ने नामां दी व्याख्या भी कर दी। आख्या वो नाम जिस दे नाल नामी नूं याद किया जा सके, इसलिए उसकी कोई मूर्ति, कोई चित्र, कोई तस्वीर नहीं बनाई जा सकती। फिर वो करता पुरख है, सारे संसार का करता है, क्रिएटर है, बनाने वाला है। पर कमाल की गल है कि जो उसने बनाया है ਉਹਦੇ ਵਿੱਚ व्यापक है, बैठा होया। आ मिस्त्री ने मकान बनाया, मिस्त्री चला गया, मकान इत्थे खड़ा। पर जेड़ा मकान मेरे वाहगुरु ने बनाया ना, जाति करो मेरे विच बैठा है, मैं उदों तक बोल सकदा, जब तक तुहाडे च बैठा तुसीं सुन सकते हो। इसलिए उन्होंने करता पुरख कहा। फिर वो निरभाव है, उन्होंने किसी का डर नहीं, क्योंकि वो सब तो बड़ा है। फिर वो निर्वैर है, असी सारे उसके बच्चे हाँ, सानू भुलेखा लग जाता है रब ने मेरे नाल इउं कीता। ना ना, माँ प्यो के किन्ने ही बच्चे होण, माँ प्यो नहीं बच्चे ने। बच्चे तो कई बारी कहते सुने जाते हैं, लो जी पापा जी ने साडे नाल इउं कीता, मम्मी ने। ना ना ना, उन्हां दी नज़र च बच्चे ही हैं। तो परमात्मा निर्वैर है, अकाल मूरत। हुण मूरत शब्द जो कहा जाता, कई बड़े चेतन हो, मूर्ति नहीं नहीं, इत्थे मूरत का अर्थ है उसकी हस्ती, उसका व्यक्तित्व जो है वो काल की पकड़ तो रहत है, वो समय के अधीन नहीं, अजूनी है, वो जूनिया तो रहता है। ये गुरबाणी का एक नियम है। असल अखर के अगे जदों ऐड़ा नैगेटिव लग जाता है, फिर वो अजूनी, इनू कई अनजान आजूनी, आजूनी नहीं कहना, अजूनी, जूनी तो रहता। सहभंग सुते प्रकाश, रोज तुसी पढ़ते हो, थापिया ना जाए, कीता ना होए, आपे आप निरंजन सोए, जिन सेवया तिन पाया मान, नानक गाविया गुणी निधान। कितनी सरल व्याख्या। फिर पातशाह ने कहा हाँ, ओदी सोझी गुर प्रसाद। गुरबाणी में प्रसाद भी 3 रूपों में है। प्रसाद ददे नूं सिहारी नाल, प्रसाद ददा औंकड़, प्रसाद ददा मुक्ता, तिना का उचारण प्रसाद है, पर अर्थ लगा मात्रा करके वख-वख ने। जेड़े प्रसाद के ददे थले औंकड़ है, वह अर्थ है कृपा। रोज तुसी पढ़ते हो, काम क्रोध अर लोभ मोह बिन सजाए अहंग मेव, नानक प्रभ शरणागति कर प्रसाद गुरदे। उत्थे प्रसाद के ददे नूं औंकड़ है, इत्थे प्रसाद के ददे नूं मुक्ता सिहारी है, जिहदा अर्थ है कृपा द्वारा। वो गुरु की कृपा द्वारा जानना। इसलिए तुसी सारे आए हो, तुहानूं सारिआं नूं गुरु पातशाह कृपा करनगे। तो एक बारी जुड़ो, मिलो ते करो रसना पवित्र, गज के बोलो सतनाम श्री वाहे। सतनाम श्री वाहेगुरु साहिब जी। तनासरी महला पहला, घर पहला चौपदे। एक ओंकार सतनाम करता पुरख, निरभਉ निरवैर, अकाल मूरत अजूनी सैभंग गुर प्रसाद। जियो डरत है अपना, कैस्यो करी पुकार। साध संगत, आम तौर पर गुरबाणी के शब्दों को विचारन लई असी रहाओ की पंक्ति लेंदे, क्योंकि विद्वानों का मत है कि रहाओ की पंक्ति सेंट्रल आइडिया है, केंद्री भाव है। पर कमाल की गल है कि इस शब्द के अंदर 4 रहाओ हैं।
ये भी बड़ी महत्वपूर्ण बात है साड़ी सहूलत वास्ते, साड़ी मुश्किल नूं हल करने वास्ते। जिमें किसी उच्ची जगह ते चढ़ना होवे, उत्थे छाल मार के नहीं जाया जा सकता, उत्थे फिर स्टैप बनाए जाते हैं, पौड़ियाँ बनाई जांदियां ने, और स्टैप बाई स्टैप असी उपर चढ़ सकते। सब तो पहली पंक्ति विच महाराज फरमाते ने, भाई ये संसार दुखों का भरिया होया है, रोज़ तुसी पढ़ते हो तित सरवरड़ै, तित सरवरड़ै भई ले निवासा, पानी पावक तिने किया। आम समुद्र सरोवर विच पानी हुंदा है, ये संसार विच पानी है अग दा, विषे विकारां दा, दुखां दा। उन्होंने वेख के बंदा डरदा। गुरु नानक पातशाह जिवें किसी टीचर ने पढ़ाना होवे ना, पहला उन्होंने आप पढ़ना पैंदा है, आप पहला बोलना पैंदा है, फिर बच्चों नूं सौखा हो जाता है। गुरु नानक सच्चे पातशाह कहते भाई जियो डरत है अपना, मेरी जिंद डरदी है। आ वेख के ना संसार के दुखों नूं, भयानक अग्नि विकारां दी वेख के डरदी है। उन्हां दी ते नहीं डरदी, पर सानू समझाउण दा तरीका है। तित सरवरड़ै भई ले निवासा, पानी पावक तिने किया, पंक जो मोह। असीं आम तौर पर पंकज ही पढ़ते हैं, पर पंकज का इत्थे अर्थ टुकदा नहीं। पंक जो मोह, पंक का मतलब है चिक्कड़। ये जिहड़ा मोह रूपी चिक्कड़ है ना, मैं प्रचारक हाँ, मैं सबनों प्रेरदा बई गुरु घर आया कर। ओ जी की करिए महाराज, ये बच्चियां करके आया ही नहीं जाता। हो गया ना चिक्कड़, रस्ता पधरा होवे बंदा फटाफट तुरया जाता, चिक्कड़ होवे तो तुरना ज़्यादा मुश्किल हो जाता। पंक जो मोह, पग नहीं चल। फिर मार कहते हम देखा, इनू भी बहुते देखा ही पढ़ते नहीं। देखा, हम देखा तो डूबी हले। मैं देखा है कि इतने लोग डुब रहे। गुरु नानक सच्चे पातशाह फरमाते ने, जियो डरत है अपना, मेरी जिंद डरती है। क्यों डरती हो, मैं तुहानू कारण दस दिता है। कैस्यों करी पुकार, जदों बंदे नू डर लगता है ना, फिर आम तौर पर देखा माँ है मेरी माँ, ये डर तो भयभीत तो बचन का तरीका है। प्यो नहीं माँ कहते लोग, माँ नेड़े पहुँच छेती। तो गुरु साहब कहते हैं मैं किहदे अगे पुकार करूँ, इत्थों बचाने लिए ना माँ ना प्यो कोई सहायता नहीं करता। जियो डरत है अपना, कैस्यों करी पुकार। फिर नाल ही अगली पंक्ति दस्या, जदों मैं देखा भी कोई मेरी सहायता नहीं कर सकता, फिर मैं की कीता, दुख विसारण सेवया, दुख विसारण सेवया। सदा सदा दातार, सदा सदा दातार। आखिर मैं उन्होंने याद किया जिहड़ा सारे दुखों नूं भुला सकता है। और उसकी एक होर बड़ी सिफत है, सदा सदा दातार। दातार कहते ने देण वाले नूं। दानी तो बहुत ने, पर दातार एको एक है। दातार की डेफिनेशन की है, जिहड़ा हर एक नूं देवे, हर जगह देवे, हर समय देवे। कोई दुनिया का दानी ऐसा नहीं, तुसीं एक बारी मंगण जाओगे दे देगा, दूजी बारी जाओगे मैं ठेका ले लिया तू रोज ही आ जाना है। सदा देण वाला एक दातार है, इसलिए पातशाह कहते मैं तो उन्होंने याद किया। अगली पंक्ति रहाओ दी पढ़ो जी। साहिब मेरा नीत नवा, सदा सदा दातार। देखो गुरु की वडियाई ये हुई है भी गुरु ने सानू मार्गदर्शन करना। एक तां गुरु के सिख ने उस परमात्मा तो अकाल पुरख तो बिना होर किसी के दर से नहीं। दद्दा दाता एक है,
ਸਭ ਕੋ ਦੇਵਨ ਹਾਰ, ਦੇਂਦੇ ਟੋਟ ਨਾ ਆਵੇ ਗੰਤ ਭਰੇ ਭੰਡਾਰ। ਉਹ ਕਦੇ ਥੱਕਦਾ ਹੀ ਨਹੀਂ, ਕਦੇ ਅਕਦਾ ਹੀ ਨਹੀਂ। ਆਖਿਆ ਸਾਹਿਬ ਮੇਰਾ ਨੀਤ ਨਵਾਂ। ਉਹ ਇਵੇਂ ਹੀ ਹੈ ਜਿਵੇਂ ਕੱਲ੍ਹ ਸੀ, ਇਵੇਂ ਅੱਜ ਹੈ, ਉਹ ਨਹੀਂ ਕਦੇ ਥੱਕਣਾ। ਔਰ ਸਦਾ ਸਦਾ ਦਾਤਾਰ, ਜਦੋਂ ਵੀ ਜਿਸ ਵੇਲੇ ਵੀ ਤੁਸੀਂ ਮੰਗੋਗੇ, ਪੜ੍ਹਦੇ ਤੇ ਰੋਜ਼ ਆ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ। ਪਰ ਇਹਦੇ ਤੇ ਨਿਸ਼ਚਾ ਬਣਾਉਣਾ ਪਵੇਗਾ। ਜਿਹੜਾ ਨਿਸ਼ਚਾ ਬਣਾ ਲਏਗਾ ਉਹ ਫਿਰ ਕਬਰਾਂ 'ਤੇ ਨਹੀਂ ਜਾਏਗਾ, ਉਹ ਫਿਰ ਜੋਤਸ਼ੀਆਂ ਦੇ ਪਿੱਛੇ ਨਹੀਂ ਫਿਰੇਗਾ, ਉਹ ਪੁੱਛਾਂ ਵਾਲਿਆਂ ਦੇ ਅੱਗੇ ਜਾ ਕੇ ਮੱਥੇ ਨਹੀਂ ਰਗੜੇਗਾ। ਕਹਿੰਦਾ ਨਾ, ਮੈਂ ਤਾਂ ਆਪਣੇ ਦਾਤਾਰ ਨੂੰ ਯਾਦ ਕਰਾਂ। ਇਹ ਪਹਿਲਾ ਪਦ ਤੇ ਰਹਾਉ ਦੀ ਪੰਕਤੀ ਪੂਰੀ ਹੋ ਗਈ। ਅੱਗੇ ਚੱਲੋ। ਰਹਾਉ ਅਨ ਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਹੁਣ ਕਰਨਾ ਕੀ ਹੈ? ਸਾਡੇ 'ਚ ਕਮੀ ਬੜੀ ਹੈ। ਇੱਕ ਪੰਜਾਬੀ ਦਾ ਮੁਹਾਵਰਾ ਹੈ, ਮਕਾਨ ਉਸਰਿਆ ਤੇ ਤਰਖਾਣ ਵਿਸਰਿਆ। ਕੰਮ ਹੋਇਆ ਪੂਰਾ ਤੇ ਖੋਤੀ ਸੁੱਟਿਆ ਪੂਰਾ। ਅਸੀਂ ਮਤਲਬ ਹੀ ਬੜੇ ਹਾਂ। ਜਦੋਂ ਤੇ ਸਾਨੂੰ ਮਤਲਬ ਹੋਵੇ, ਭਾਵੇਂ ਕਿੰਨੇ ਖੰਡ ਪਾਠ ਕਰਾ ਲਓ, ਮਤਲਬ ਹੈ ਨਾ। ਜਦੋਂ ਮਤਲਬ ਪੂਰਾ ਹੋ, ਕਈ ਤੇ ਮਤਲਬ ਤੋਂ ਹੀ ਪਹਿਲਾਂ ਸ਼ਰਤ ਲਾਉਂਦੇ ਨੇ, ਮਹਾਰਾਜ ਜੇ ਇਹ ਕੰਮ ਕਰੋਗੇ ਤੇ ਮੈਂ ਖੰਡ ਪਾਠ ਕਰਾਵਾਂਗਾ। ਉੱਥੇ ਵੀ ਅਸੀਂ ਮਾਰ ਖਾ ਜਾਣਾ। ਕਬੀਰ ਜੀ ਨੇ ਬੜਾ ਖੂਬਸੂਰਤ ਕਿਹਾ, ਕਬੀਰ ਕਾਮ ਪਰੇ ਹਰ ਸਿਮਰੀਐ। ਸਾਰੇ ਲੋਕੀ ਕੰਮ ਪੈਣ ਤੇ ਯਾਦ ਕਰਦੇ ਨੇ, ਐਸਾ ਸਿਮਰੋ ਨਿਤ। ਇਹਦੇ ਤੁਹਾਨੂੰ ਭਰੋਸਾ ਹੈਗਾ ਵੀ ਉਹ ਕੰਮ ਕਰੇਗਾ। ਪਰ ਇਹ ਸਵਾਰਥ ਬਿਰਤੀ ਹੈ, ਇਹ ਸੱਚਾ ਪਿਆਰ ਨਹੀਂ ਹੈਗਾ। ਫਰੀਦਾ ਜਾਂ ਲੱਭ ਤਾਂ ਨੇ ਕਿਹਾ, ਲੱਭ ਤਾਂ ਕੂੜਾ ਨੇ, ਕਿਚਰ ਝੱਤ ਲੰਘਾਈ ਹੈ ਛੱਪਰ ਟੁੱਟੇ ਮੇ। ਇਹ ਟੈਂਪਰੇਰੀ ਜੀ ਪ੍ਰੀਤ ਹੈ। ਕਬੀਰ ਜੀ ਕਹਿੰਦੇ ਨੇ, ਜੇ ਤੁਸੀਂ ਸੱਚੀ ਪ੍ਰੀਤ ਕਰਨੀ ਤੇ ਜਿਹਨੂੰ ਕੰਮ ਪੈਣ ਤੇ ਯਾਦ ਕਰਦੇ ਹੋ, ਉਹਨੂੰ ਨਿਤ ਯਾਦ ਕਰੋ। ਫਿਰ ਕੀ ਹੋਵੇਗਾ? ਅਮਰਾਪੁਰ ਬਾਸਾ ਕਰੋ, ਹਰ ਗਿਆ ਬਹੋਰੇ ਬਿੱਤ। ਸਾਧ ਸੰਗਤ ਟਾਈਮ ਬੜਾ ਸੰਕੋਚਵਾ ਹੁੰਦਾ, ਪਰ ਗੱਲ ਸਮਝਾਏ ਤੋਂ ਬਿਨਾਂ ਅੱਗੇ ਤੁਰਨਾ ਵੀ ਮੁਸ਼ਕਿਲ ਹੈ। ਬਿੱਤ ਕਹਿੰਦੇ ਨੇ ਦੌਲਤ ਨੂੰ। ਆਂਦੇ ਨੇ ਜੇ ਰੋਜ਼ ਸਿਮਰਨ ਕਰੋਗੇ ਤੇ ਤੁਹਾਡਾ ਗੁਆਚਾ ਹੋਇਆ ਧਨ ਵੀ ਤੁਹਾਨੂੰ ਮਿਲ ਜਾਏ। ਤੁਸੀਂ ਆਖੋਗੇ ਸਾਡਾ ਗੁਆਚਾ ਹੀ ਕੋਈ ਨਹੀਂ। ਵਿਚਾਰ ਕੇ ਵੇਖੋ, ਗੁਆਚਾ ਹੈ। ਜਦੋਂ ਬੱਚਾ ਛੋਟਾ ਹੁੰਦਾ ਉਹਨੂੰ ਆਪਾਂ ਕਹਿੰਦੇ ਰੱਬ ਦਾ ਰੂਪ ਹੈ। ਕਹਿੰਦੇ ਆ, ਕਿਉਂ ਕਹਿੰਦੇ ਆ? ਕਿਉਂਕਿ ਉਹਦੇ 'ਚ ਰੱਬ ਵਰਗੇ ਗੁਣ ਹਨ। ਤੇ ਹੁਣ ਸਾਡੇ ਗੁਣ ਕਿੱਥੇ ਨੇ? ਹੁਣ ਅਸੀਂ ਗੁਆ ਬੈਠੇ ਹਾਂ। ਹੁਣ ਸਾਡੇ ਵਰਗਾ ਕੋਈ ਧੜੇਬਾਜ਼ ਨਹੀਂ, ਸਾਡੇ ਵਰਗਾ ਕੋਈ ਪਾਰਟੀਬਾਜ਼ ਨਹੀਂ। ਅਸੀਂ ਹਰ ਇੱਕ 'ਤੇ ਚਿੱਕੜ ਉਛਾਲੀ ਜਾਂਦੇ। ਇਹ ਔਗਣ ਹੈ, ਇਹ ਗੁਆ ਬੈਠੇ ਅਸੀਂ ਗੁਣ। ਮਹਾਰਾਜ ਕਹਿੰਦੇ ਜੇ ਰੋਜ਼ ਸਿਮਰਨ ਕਰੋਗੇ ਇਹ ਸਾਰੇ ਗੁਣ ਵਾਪਸ ਆ ਜਾਣ। ਲਓ ਅਗਲੀ ਪੰਕਤੀ ਫਿਰ ਪੜੋ। ਸੁਨ ਸੁਨ ਮੇਰੀ ਕਾਮਣੀ, ਅਨ ਦਿਨ ਸਾਹਿਬ ਸੇਵੀਐ। ਭਾਈ ਐਸੇ ਪ੍ਰਭੂ ਨੂੰ ਅਨ ਦਿਨ ਹਰ ਰੋਜ਼ ਯਾਦ ਕਰੋ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭੈ ਅਰੁਕਾ। ਕੋਟ ਬਿਗਨ ਲਾਥੇ ਪ੍ਰਭ ਸ਼ਰਨਾ, ਪ੍ਰਗਟੇ ਭਲੇ ਸਜੋ। ਇਹ ਹੁਣ ਸਭ ਯਾਦ ਕਰਕੇ ਜਾਇਓ। ਅਨ ਦਿਨ ਸਾਹਿਬ ਸੇਵੀਐ, ਅਨ ਦਿਨ ਸਾਹਿਬ ਸੇਵੀਐ। ਅੰਤ ਛਡਾਏ ਸੋਏ, ਅੰਤ ਛਡਾਏ ਸੋਏ। ਅੰਤ ਦੇ ਤੱਤੇ ਨੂੰ ਸਿਹਾਰੀ ਹੈ, ਅਖੀਰ ਵੇਲੇ ਉਹੀ ਛਡਾਏਗਾ। ਅੱਗੇ ਚੱਲੋ ਜੀ। ਸੁਨ ਸੁਨ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਪਰ ਇਹ ਜਿਹੜੀ ਸਾਡੀ ਜਿੰਦ ਹੈ, ਇਹ ਡਾਵਾਂ ਡੋਲ ਹੋਈ ਰਹਿੰਦੀ। ਉੱਥੇ ਚੱਲ, ਉੱਥੇ ਚੱਲ, ਉੱਥੇ ਚੱਲ। ਮਾਰੇ ਕਹਿੰਦੇ ਨਾ, ਇਸ ਜਿੰਦ ਨੂੰ ਰੋਜ਼ ਸੁਣੋ, ਸਮਝਾਓ। ਸੁਣਦੇ ਨਾਲੇ ਨੂੰ ਸਿਹਾਰੀ ਹੈ। ਸੁਣ ਸੁਣ ਮੇਰੀ ਕਾਮਣੀ ਹੈ, ਮੇਰੀ ਇਹ ਜਿੰਦ ਹੈ, ਸੁਣ। ਜੇ ਉਹ ਸੱਚੇ ਦਾ ਪੱਲਾ ਫੜੇਂਗੀ ਤੇ ਪਾਰ ਉਤਾਰਾ ਹੋਏ। ਚਲੋ। ਦਇਆਲ ਤੇਰਾ ਨਾਮ ਤਰਾ, ਸਤ ਕੁਰਬਾਨ ਜਾਓ। ਹੁਣ ਦੂਜਾ ਰਹਾਉ ਹੈ।
ਇਹਦੇ ਵਿੱਚ ਮਹਾਰਾਜ ਫਿਰ ਬੇਨਤੀ ਕਰਦੇ, ਦਇਆਲ ਇੱਥੇ ਲੱਲਾ ਮੁਕਤਾ ਹੈ। ਹੇ ਦਇਆਲ, ਹੇ ਦਇਆ ਦੇ ਘਰ ਵਾਹਿਗੁਰੂ, ਮੇਰੇ ਤੇ ਕਿਰਪਾ ਕਰ। ਮੈਨੂੰ ਨਿਸ਼ਚਾ ਹੋ ਗਿਆ, ਗੁਰੂ ਨੇ ਮੈਨੂੰ ਸਮਝਾ ਦਿੱਤਾ, ਤੇਰੇ ਨਾਮ ਤਰਾਂ, ਤੇਰੇ ਨਾਮ ਦੇ ਆਸਰੇ ਮੈਂ ਤਰਸ, ਨਾਮ ਦੇ ਮੰਮੇ ਨੂੰ ਵੀ ਸਿਆਰੀ ਹੈ, ਤੇਰੇ ਨਾਮ ਦਾ ਆਸਰਾ ਲੈ ਕੇ ਮੈਂ ਤਰਸ, ਸਦ ਕੁਰਬਾਨੇ ਜਾਓ, ਮੈਂ ਸਦਾ ਹੀ ਤੇਰੇ ਤੋਂ ਕੁਰਬਾਨ ਵਾਰਨੇ ਜਾਣਾ। ਸ਼ਬਦ ਯਾਦ ਕਰ ਲਓ, ਮੈਂ ਇਸ ਲਈ ਪੜ੍ਹਾਉਣਾ, ਇਸ ਲਈ ਕਿ ਇੱਕ ਅੱਖਰ ਦੇ ਅਰਥ ਕਰਾਉਣਾ ਵੀ ਤੁਹਾਨੂੰ ਯਾਦ ਹੋ ਜਾਏ। ਜਦੋਂ ਵੀ ਤੁਹਾਡਾ ਮਨ ਕਦੇ ਡਾਵਾਂਡੋਲ ਹੋਵੇ, ਗਲ ਵਿੱਚ ਪੱਲਾ ਪਾ ਲਓ ਤੇ ਆਖੋ, ਸੁਣ ਸੁਣ ਮੇਰੀ ਕਾਮਣੀ, ਸੁਣ ਸੁਣ ਮੇਰੀ ਕਾਮਣੀ। ਪਾਰ ਉਤਾਰਾ ਹੋਏ, ਪਾਰ ਉਤਾਰਾ ਹੋਏ। ਜੇ ਥੋੜੀ ਬਹੁਤੀ ਡਾਵਾਂ ਡੋਲਤਾ ਹੋਵੇ ਨਾ, ਘਬਰਾਉਣਾ ਨਹੀਂ, ਫਿਰ ਕਹਿਣਾ, ਦਇਆਲ ਤੇਰੇ ਨਾਮ ਤਰਾਂ, ਦਇਆਲ ਤੇਰੇ ਨਾਮ ਤਰਾਂ। ਅੱਗੇ ਪੜੋ। ਰਹਾਉ ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਏ। ਹੁਣ ਫਿਰ ਕਈ ਪੁੱਛਦੇ ਨੇ, ਜੀ ਰੱਬ ਰਹਿੰਦਾ ਕਿੱਥੇ? ਦੱਸੋ ਸਾਨੂੰ, ਉਹ ਕਿਹੜੇ ਪਾਸੇ ਰਹਿੰਦਾ? ਕਿਸੇ ਨੇ ਆਖਿਆ ਜੀ ਲਹਿੰਦੇ ਵੱਲ, ਕਿਸੇ ਨੇ ਆਖਿਆ ਚੜ੍ਹਦੇ ਵੱਲ। ਬਾਬੇ ਨਾਨਕ ਨੇ ਤਾਂ ਇਹੀ ਗੱਲ ਸਮਝਾਈ ਸੀ ਨਾ, ਜਦੋਂ ਮੱਕੇ ਗਏ, ਉਹਨਾਂ ਆਖਿਆ ਜੀ ਤੁਸੀਂ ਖੁਦਾ ਦੇ ਘਰ ਵੱਲ ਪੈਰ ਕੀਤੇ ਨੇ। ਬਾਬੇ ਨੇ ਗੁੱਸਾ ਨਹੀਂ ਕੀਤਾ, ਆਖਿਆ ਜਿੱਧਰ ਖੁਦਾ ਦਾ ਘਰ ਨਹੀਂ ਉੱਧਰ ਕਰ ਦਿਓ ਮੇਰੇ ਪੈਰ। ਲਓ ਇੰਨੇ ਜੀ ਸਮਝਾ ਦਿੱਤਾ। ਗੁਰੂ ਪਾਤਸ਼ਾਹ ਕਹਿੰਦੇ, ਪਿਆਰਿਓ ਐਵੇਂ ਚੱਕਰਾਂ 'ਚ ਨਾ ਪਿਆ ਕਰੋ ਜੀ, ਇੱਧਰ ਮੂੰਹ ਕਰ ਉੱਧਰ ਮੂੰਹ ਕਰ, ਨਹੀਂ। ਹਾਂ, ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ, ਗੁਰੂ ਗ੍ਰੰਥ ਸਾਹਿਬ ਵੱਲ ਮੂੰਹ ਕਰਨਾ, ਪਰ ਇਸ ਤੋਂ ਇਲਾਵਾ ਰੱਬ ਸਾਰੇ ਪਾਸੇ। ਸਰਬੰਗ ਸਾਚਾ ਏਕ ਹੈ, ਸਰਬੰਗ ਸਾਚਾ ਏਕ ਹੈ। ਦੂਜਾ ਨਾਹੀ ਕੋਏ, ਦੂਜਾ ਨਾਹੀ ਕੋਏ। ਇਹ ਨਿਸ਼ਚਾ ਬਣਾ ਲਓ, ਸਰਬੰਗ ਸਭ ਜਗ੍ਹਾ, ਉਹ ਸੱਚਾ ਇੱਕੋ ਇੱਕ। ਇਹ ਗੱਲ ਗੁਰੂ ਨਾਨਕ ਪਾਤਸ਼ਾਹ ਨੇ 4 ਕੁੰਟਾਂ ਵਿੱਚ ਜਾ ਕੇ ਸਮਝਾਈ। ਪਰ ਜਿਹੜੇ ਸਿੱਖ ਅੱਜ ਵੀ ਕਬਰਾਂ 'ਤੇ ਜਾਂਦੇ ਹਨ, ਜਠੇਰਿਆਂ ਨੂੰ ਪੂਜਦੇ ਹਨ, ਹੋਰ ਬੜੇ ਚੱਕਰਾਂ 'ਚ ਪਏ, ਉਹਨਾਂ ਨੂੰ ਨਹੀਂ ਸਮਝ ਆਈ। ਫਿਰ ਪਾਤਸ਼ਾਹ ਅੱਗੇ ਹੋਰ ਕਿਰਪਾ ਕਰਦੇ ਨੇ, ਭਾਈ ਉਹਦਾ ਪੱਲਾ ਕੌਣ ਫੜੇਗਾ, ਉਹਦੀ ਸੇਵਾ ਕੌਣ ਕਰੇਗਾ? ਤਾਂ ਕਿ ਸੇਵਾ ਸੋ ਕਰੇ, ਤਾਂ ਕਿ ਸੇਵਾ ਸੋ ਕਰੇ। जाको नदर करे, जाको नदर करे। अच्छा, ਉਹਨੂੰ ਕਿਸੇ ਦੀ ਸਿਫਾਰਿਸ਼ ਦੀ ਲੋੜ ਨਹੀਂ ਹੈ। ਸਿੱਖਾਂ ਨੂੰ ਇਹ ਬੜਾ ਭਰਮ ਹੋ ਗਿਆ ਜੀ, ਸਾਡੀ ਤੁਸੀਂ ਸਿਫਾਰਿਸ਼ ਕਰੋ, ਤੁਸੀਂ ਸਾਡੀ ਅਰਦਾਸ ਕਰੋ। ਉਹ ਆਪ ਕਰੋ। ਭੁੱਖ ਲੱਗੀ ਹੋਵੇ ਤੇ ਮੈਂ ਰੋਟੀ ਮੰਗਾਂਗਾ ਕਿ ਕਿਸੇ ਦੇ ਖਾਦਿਆਂ ਮਿਲ ਤਾਂ ਕਿ ਸੇਵਾ ਸੋ ਕਰੇ, ਜਾ ਕੋ ਨਦਰ ਕਰੇ, ਜਿਹਦੇ ਉੱਤੇ ਉਹ ਮਿਹਰ ਕਰਦੇ। ਮਿਹਰ ਮੰਗੋਗੇ ਤੇ ਮਿਲੇਗੀ, ਜੇ ਮੰਗੋਗੇ ਹੀ ਨਹੀਂ ਤੇ ਫਿਰ ਕਿਵੇਂ ਮਿਲੇਗੀ? ਅਸੀਂ ਆਪ ਅਰਦਾਸ ਵੀ ਨਹੀਂ ਕਰਨੀ ਚਾਹੁੰਦੇ, ਸਾਡੀ ਤੁਸੀਂ ਅਰਦਾਸ ਕਰੋ। ਨਹੀਂ ਨਹੀਂ, ਇਹ ਨਿਸ਼ਚਾ ਬਣਾਓ ਕਿ ਉਹਦੀ ਮਿਹਰ ਤੋਂ ਬਿਨਾਂ ਕੋਈ ਸੇਵਾ ਵੀ ਨਹੀਂ ਕਰ ਸਕਦਾ, ਪਰ ਮੰਗਣਾ ਤੇ ਆਪ ਹੀ ਪਵੇਗਾ। ਤੁਧ ਬਾਜ ਪਿਆਰੇ ਕੇ ਵਰਹਾ, ਸਾ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ। ਕਿੱਥੋਂ ਐਸਾ ਗੁਰੂ ਮਿਲੇਗਾ? ਐਨ ਇੱਕ ਇੱਕ ਕਦਮ ਸਿਖਾਉਂਦੇ ਨੇ। ਆਖਿਆ ਪਰਮਾਤਮਾ ਦੇ ਅੱਗੇ ਆਪ ਅਰਦਾਸ ਕਰਿਆ ਕਰੋ,
ते की क्या करो, तुद बाज प्यारे केवल। हे वाहिगुरु तेरे तो बिना किवें रहांगा, बस मेरे ते कृपा कर। सा वडियाई दे जित नाम तेरे लाग। ऐसी बख्शिश कर जे तू तुठा कृपा निधान, ना दूजा बेखाल। इहा पाई मूँ दातड़ी नित हिरदे रखा समा। उठदियां भी याद करा, बहंदियां भी करा, हर वेले मैं तैनूं याद करा। चलो जी। दूजा नाही कोय जिस आगे प्यारे जाए कहा। हाँ तेरे तो बिना होर दूजा कोई नहीं हैगा जिहदे अगे जाके मैं अपनी फरियाद करा। रहाओ सेवी साहिब अपना अवर न जाचों कोय। लो हुण अखीरले पद विच महाराज कहते ने ये निष्ठा बनाओ ते ये मन विच दृढ़ता बना के तुरो कि सेवी साहिब अपना, मैं अपने साहिब की सेवा करांगा। अवर ना जाचों कोई, आज तो बाद मैं उस एक अकाल पुरख तो बिना होर किसे कोलों नहीं मंगांगा। जे तुसीं ये निश्चा बना लो मौजां लग जाणगियां, फिर तुसीं दर दर दे मंगते नहीं बनोगे, मंगतियां दे मंगते नहीं बनोगे। सेवी साहिब अपना अवर न जाचों कोई। लो इत्थे हुण नानक पद जिहड़ा है ना, आम तौर ते नानक का मुक्ता हुंदा है, कवि दी मोहर छाप, पर इत्थे नानक दे कक्के नूं औंकड़ है। ये भी कमाल है, पर नहीं समझते, समझाने का यत्न तो करीदा है भई जिथे नानक कक्का मुक्ता कवि की मोहर छाप है। जिथे नानक दे कक्के नूं औंकड़ आ जाए वो नानक जी अपने वास्ते कह रहे। मैं पुछदा तुहानूं तुसीं जपजी साहब पढ़दे हो? तुसीं हाँ जी। फिर दसो जपजी साहब च नानक कक्के नूं औंकड़ वाला कितनी वारी आउंदा? नहीं पता, विरलियां नूं पता, 2 बारी आउंदा। नानक नीच कह विचार, नानक क्या विचारे, देख लो जाके। तो इत्थे नानक दे कक्के नूं औंकड़ है। पातशाह कहते ने बेनती करता मैं, तुसी भी करो। की बेनती करो जी? नानक ताका दास है, नानक ताका दास है। नानक ताका दास है, नानक ताका दास है। बिंद बिंद चुख चुक होए, बिंद बिंद चुख चुक होए। बिंद बिंद शब्द आम वरत्या, बिंदे बिंदे, थोड़ी थोड़ी देर बाद चुक चुक होए, मैं तेरे तो कुर्बान जावां, तेरे तो कुर्बान जावां। लो हुण चौथी रहाओ दी पंक्ति विच पातशाह की कहंदे हन? साहिब तेरे नाम विटहो, बिंद बिंद चुक चुक होए। रहाओ देखो साध संगत ऊपर भी साहिब आया, पर उत्थे साहिब दे बब्बे नूं औंकड़ है। इत्थे साहिब दा बब्बा मुक्ता है। क्यों? इत्थे साहिब नूं संबोधन कीता है। ये नियम है, जदों किसे नाउन दे थल्ले औंकड़ आएगा वो नाउन एक वचन, पर जदों औंकड़ हट जाएगा वो संबोधन हो जाएगा। जिवें मन दे नन्ने नूं औंकड़ है मेरा मन, पर जदों मन नूं बुलाउणा होवे ए मन चंचला सुन मन मेरिया, उदों औंकड़ हट जाएगा। इत्थे साहिब नूं संबोधन कीता, हे साहिब मेरे ते किरपा कर। साहिब तेरे नाम विटों, साहिब तेरे नाम विटों। साहिब तेरे नाम विटहो, साहिब तेरे नाम विटहो। बिंद बिंद चुख चुक होए, बिंद बिंद चुख चुक होए। ऐसी कृपा कर मैं हर वेले तेरा नाम जपां ते साथ साथ सिमरो गोबिंद। मन अंतर की उतरे चिन, आस अनित त्यागो तरंग, संत जना की दूर मन मन। आप छोड़ बेनती करो, साध संग अगन सागर तरो। हर धन के पर लेह भंडार, नानक गुर पूरे नमस्कार। भुलां चुकां दी खिमा बख्शनी। अखीरली पंक्ति पढ़ के फतेह बुला।
ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਝੁਕ ਝੁਕ ਹੋਏ। ਸਾਹਿਬ ਤੇਰੇ ਨਾਮ ਵਿਟੋ ਬਿੰਦ ਬਿੰਦ ਝੁਕ ਝੁਕ ਹੋਏ। ਰਹਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।